ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠਾ ਹਿਰਦੈ ਨਾ ਪ੍ਰੇਮ ਸਮਾਏ, ਸ੍ਰੀ ਨਾਨਕ ਤਨ ਭਗਤ ਧਰ। ਆਸਾ ਰਾਗ ਉਠਾਏ, ਗਾਇਓ ਸ਼ਬਦ ਬਨਾਏ ਕੈ। ਹਿਰਦੈ ਨਾ ਪ੍ਰੇਮ ਸਮਾਏ, ਸ੍ਰੀ ਨਾਨਕ ਤਨ ਭਗਤ ਧਰ। ਆਸਾ ਰਾਗ ਉਠਾਏ, ਗਾਇਓ ਸ਼ਬਦ ਬਨਾਏ ਕੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰ ਕੋ ਜਾਸਾਗਰ ਰੂਪ, ਉਜਾਗਰ ਹੈ ਸਭ ਲੋਕਨ ਮਾਓ। ਮੈਂ ਤਰਨ ਜੋ ਤੁਲਾ ਕਰਕੇ, ਨਿਜ ਬੁੱਧ ਤੇ ਪਾਰ ਪਰਿਓ ਅਵ ਚਾਹੋ। ਹੋਏ ਅਸੀਂ ਜਗ ਮੈਂ ਅਧਿਕਾਏ, ਤਉ ਮਨ ਮੈਂ ਅਤਿਸ਼ੈ ਉਤਸਾਹੋ। ਓਚ ਤਰੋ ਜਿਉ ਲਗ ਫਲ ਸੁੰਦਰ, ਬਾਵਨ ਹਾਥ ਪਸਾਰਤ ਤਾਓ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤੰਨੇ, ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਗੁਰੂ ਬਾਬਾ ਜੀ ਨੂੰ ਰਾਹ ਦੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਵਪਾਰੀ ਮਿਲਿਆ, ਜਿਹਨੇ ਕਾਫੀ ਸਮਾਨ ਦੀਆਂ ਜਿਹੜੀਆਂ ਪੋਟਲੀਆਂ ਬੰਨ੍ਹ ਕੇ ਆਪਣੇ ਮੋਢਿਆਂ ਦੇ ਉੱਪਰ ਲਟਕਾਈਆਂ ਹੋਈਆਂ ਸਨ। ਜਦੋਂ ਕਾ ਕਰਕੇ ਨੇ ਸਾਹਿਬਾਂ ਦੇ ਪਾਵਨ ਚਰਨਾਂ ਦੇ ਉੱਪਰ ਟੇਕਿਆ ਮੱਥਾ, ਆਪਣੀ ਮੌਤ ਦੇ ਵਿੱਚ ਆ ਕੇ ਗੁਰੂ ਬਾਬਾ ਜੀ ਪੁੱਛਣ ਲੱਗੇ, ਭਾਈ ਆ ਪੋਟਲੀਆਂ ਦੇ ਵਿੱਚ ਤਾਂ ਕਿਹੜੀ ਚੀਜ਼ ਬੰਨੀ ਹੋਈ ਆ, ਸਾਨੂੰ ਵੀ ਖੋਲ੍ਹ ਕੇ ਦਿਖਾ ਦੇ। ਜਦੋਂ ਇਹਨੇ ਹਲਦੀ ਹੈ, ਲੂਣ ਹੈ, ਮਿਰਚਾਂ ਹੈ, ਲੌਂਗ ਇਲਾਇਚੀਆਂ, ਛੋਟੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਆਮ ਤੌਰ 'ਤੇ ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ, ਉਹਨਾਂ ਦਾ ਇਹ ਵਪਾਰ ਕਰਦਿਆਂ ਹੋਇਆਂ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਕੱਲੀ ਕੱਲੀ ਬਾਤੂ ਮਾਰਾਂ ਨੂੰ ਖੋਲ੍ਹ ਕੇ ਦਿਖਾਤੀ। ਪਰ ਜਦੋਂ ਇਹਨੇ ਆਪਣੇ ਕੱਪੜੇ ਦੇ ਵਿੱਚੋਂ ਹੀ ਸਮਾਨ ਤੋਲਣ ਵਾਲੇ ਬੱਟੇ ਕੱਢੇ ਬਾਹਰ, ਕਹਿਣ ਲੱਗੇ, ਮਹਾਰਾਜ ਇੱਕ ਸੇਰ ਦਾ, 2 ਸੇਰ ਦਾ, 4 ਸੇਰ, 5 ਸੇਰ, ਜਿਹੜਾ ਸੀ ਸਾਡੇ ਸਾਰਿਆਂ ਨਾਲੋਂ ਛੋਟਾ ਪਾਈ ਇੱਕ ਵਜਨ ਦਾ। ਕਹਿਣ ਲੱਗਿਆ, ਮਹਾਰਾਜ ਇਹਨੂੰ ਪਾਉਂ ਦਾ ਵੱਟਾ ਕਹਿੰਦੇ ਹਨ। ਸੁਣ ਕਰਕੇ ਗੁਰੂ ਬਾਬਾ ਜੀ ਨੇ ਉਹ ਵੱਟਾ ਆਪਣੇ ਹੱਥ ਦੇ ਵਿੱਚ ਧਾਰਨ ਕਰ ਲਿਆ। ਭਾਈ ਵਾਲਾ ਜੀ ਨੂੰ ਇਸ਼ਾਰਾ ਕਹਿਣ ਲੱਗੇ ਵੀ ਦੇਖੇ ਨੇ ਕਿਵੇਂ ਆਪਣਾ
ਸਾਰਿਆਂ ਨਾਲੋਂ ਛੋਟਾ ਨਾਮਕ ਰਖਵਾਇਆ ਹੋਇਆ ਨਾ। ਬਚਨ ਕਰਦਿਆਂ ਇਹਨੂੰ ਐਸਾ ਪਰਮਾਤਮਾ ਦੇ ਨਾਮ ਦਾ ਜਿਹੜਾ ਰੰਗ ਗੁਰੂ ਬਾਬਾ ਜੀ ਨੇ ਚਾੜ ਦਿੱਤਾ ਹੈ, ਚਿੱਤ ਦੇ ਵਿੱਚ ਐਸੀ ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਉਸੇ ਟਾਈਮ ਤੇ ਨਮਸਕਾਰ ਕਰਨ ਦੀ ਦੇਰ ਸੀ। ਨਾਮ ਦੀ ਮਸਤੀ, ਨਾਮ ਦੀ ਖੁਮਾਰੀ ਦੇ ਵਿੱਚ ਵਿਖੇ ਵਨ ਫੀਕਾ ਤਿਆਗਿਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸਾ ਕੇ ਬੁੜਗੀ ਸਗਲੀ ਸੁਖੀ ਨਾ ਹੋਵਤ ਜੀਓ। ਐਸਾ ਨਾਮ ਦਾ ਜਿਹੜਾ ਨਸ਼ਾ, ਬੰਦਗੀ ਦੀ ਜਿਹੜੀ ਮਸਤੀ ਗੁਰੂ ਬਾਬਾ ਜੀ ਦੀ ਨਜ਼ਰ ਪੈਣ ਦੇ ਨਾਲ ਹੀ ਇਹਦੇ ਮਨ ਦੇ ਅੰਦਰ ਪੈਦਾ ਹੋ ਗਈ। ਇਹ ਦੇਖ ਕਰਕੇ ਭਾਈ ਬਾਲਾ ਜੀ ਬੜੇ ਹੈਰਾਨ ਹੋ ਗਏ ਵੀ ਕਾਲ ਨਾ ਮਿਲਿਓ, ਸੇਵ ਨਾ ਮਿਲਿਓ ਆਏ ਚਿੰਤਾ। ਵੀ ਨਾ ਤਾਂ ਇਹਨੇ ਕਦੇ ਸਤਿਗੁਰੂ ਜੀ ਦੇ ਚਰਨਾਂ ਦੀ ਕੋਈ ਪਾਸ ਰਹਿ ਕਰਕੇ ਸੇਵਾ ਨਹੀਂ ਕੀਤੀ, ਪਹਿਲੀ ਵਾਰੀ ਇਹਦਾ ਮਿਲਾਪ ਹੋਇਆ। ਨਾ ਇਹਨੇ ਕੋਈ ਐਸੀ ਕਾਲ ਕਮਾਈ ਤਾਂ ਕੀਤੀ ਹੋਈ ਮੈਨੂੰ ਦੀਂਦੀ ਨਹੀਂ। ਜਦੋਂ ਇਹ ਸਾਰੀ ਪਾਵਨ ਕਥਾ ਭਾਈ ਬਾਲਾ ਜੀ ਖੰਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਸਰੋਤਿਆਂ ਨੂੰ ਸੁਣਾ ਰਹੇ ਸੀ, ਉਸ ਟਾਈਮ 'ਤੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਛਣ ਲੱਗੇ, ਭਾਈ ਬਾਲਾ ਇਉਂ ਦੱਸ ਵੀ ਗੁਰੂ ਬਾਬਾ ਜੀ ਨੇ ਇਤਨੇ ਥੋੜ੍ਹੇ ਟਾਈਮ ਦੇ ਅੰਦਰ ਕਿਹੋ ਜੀ ਵਸਤੂ ਖੁਸ਼ ਹੋ ਕੇ ਉਹਦੀ ਝੋਲੀ ਦੇ ਵਿੱਚ ਪਾ ਦਿੱਤੀ। ਇਹਨੂੰ ਤਾਂ ਹਾਸਲ ਕਰਨ ਦੇ ਲਈ ਜੋਗੀ ਰਿਸ਼ੀ ਮੁਨੀ ਪਤਾ ਨਹੀਂ ਵਿਚਾਰੇ ਕਿਵੇਂ ਰੋਈਆਂ ਬੀਆ ਵਨਾਂ 'ਚ ਰੁਲਦੇ ਰਹਿੰਦੇ ਹਨ, ਫਿਰ ਵੀ ਰਹਿ ਜਾਂਦੇ ਨੇ ਖਾਲੀ ਦੇ ਖਾਲੀ। ਇਹਦੇ ਉੱਪਰ ਪਤਾ ਨਹੀਂ ਕਿਵੇਂ ਗੁਰੂ ਬਾਬਾ ਜੀ ਨੇ ਆਪਣੀਆਂ ਰਹਿਮਤਾਂ ਕਰ ਦਿੱਤੀਆਂ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਜੀ ਦੀ ਜਿਹੜੀ ਨਜ਼ਰ ਹੈ ਨਿਗਾਹ, ਉਹਦੇ ਵਿੱਚ ਹੀ ਬੜੀ ਤਾਕਤ, ਬੜੀ ਸ਼ਕਤੀ ਭਰੀ ਹੋਈ ਸੀ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਮਹਾਰਾਜ ਦੀ ਮੇਰਾ ਪਈ ਨਜ਼ਰ ਪਈ ਨਹੀਂ, ਨਿਹਾਲ ਤੋਂ ਭਾਵ ਉਹਦੇ ਤਨ ਔਰ ਮਨ ਦੇ ਸਾਰੇ ਦੁੱਖ ਗੁਰੂ ਬਾਬਾ ਜੀ ਉਸੇ ਵਕਤ ਹੀ ਨਾਸ ਕਰ ਦਿੰਦੇ। ਉਸ ਸਮੇਂ ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਮੈਂ ਵੀ ਉਸ ਟਾਈਮ 'ਤੇ ਸਤਿਗੁਰਾਂ ਦੇ ਚਰਨਾਂ 'ਚ ਆਪਣੇ ਵੱਲੋਂ ਬੇਨਤੀ ਕਰਦਿਆਂ ਪੁੱਛਿਆ, ਗਰੀਬ ਨਵਾਜ ਇਤਨੀ ਛੇਤੀ, ਇਹਨੂੰ ਕਿਤਨਾ ਵੱਡਾ ਜਿਹੜਾ ਮੁਰਾਤਬਾ ਆਪਨੇ ਬਖਸ਼ ਦਿੱਤਾ, ਉਹ ਕਿਹੜਾ ਹੈ? ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਐਸੀ ਨਾ ਸੌਣ ਤੋਂ ਰਹਿਣ ਵਾਲੀ ਜਿਹੜੀ ਪਦਵੀ ਆ ਵਪਾਰੀ ਨੂੰ ਆਪਨੇ ਬਖਸ਼ ਦਿੱਤੀ ਹੈ। ਸੁਣ ਕਰਕੇ ਉਸ ਸਮੇਂ ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਵੀ ਜਿਵੇਂ ਮੈਂ ਕੰਨਾਂ ਦੇ ਨਾਲ ਬਚਨ ਸੁਣੇ ਉਸੇ ਤਰ੍ਹਾਂ ਆਪਦੇ ਪਾਸ ਬੇਨਤੀ ਕਰ ਦਿੰਦਾ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਦੀਵਾ ਬਿਲਕੁਲ ਇਹਦਾ ਸਾਫ ਸੁਥਰਾ। ਹੁਣ ਜੇ ਦੀਵੇ ਦੇ ਵਿੱਚ ਕੋਈ ਛੇਕ ਵਗੈਰਾ ਹੋਣ, ਉੱਥੇ ਤੇਲ ਕਿਵੇਂ ਟਿਕੂ? ਦੀਵੇ ਦੇ ਵਿੱਚ ਤੇਲ ਵੀ ਪਾਇਆ ਹੈ, ਬੱਤੀ ਵੀ ਸਾਬਤ ਹੈ, ਬਸ ਉਹਨੂੰ ਤਾਂ ਇੱਕ ਮਾੜਾ ਜਿਹਾ ਦੀਆ ਸਲਾਈ ਜਗਾ ਕਰਕੇ ਲਾਉਣ ਦੀ ਦੇਰ ਹੈ। ਉਸੇ ਵਕਤ ਚਾਨਣ ਰੋਸ਼ਨੀ ਪੈਦਾ ਹੋ ਜੂ। ਜੇ ਦੀਵਾ ਸਾਬਤ ਹੈ ਹੀ ਨਹੀਂ, ਵੱਡੇ ਵੱਡੇ ਛੇਕ
ਨਾ ਉਹਦੇ ਵਿੱਚ ਤੇਲ ਹੈ, ਨਾ ਬੱਤੀ ਹੈ। ਚਾਨਣ ਰੋਸ਼ਨੀ ਕੈਸੇ ਹੋ ਸਕਦੀ ਹੈ? ਇਹੋ ਜਿਹਾ ਪ੍ਰਮਾਣ ਉਦਾਹਰਣ ਦਿੰਦੇ ਹੋਇਆ ਗੁਰੂ ਬਾਬਾ ਜੀ ਨੇ ਜਿਹੜਾ ਜਵਾਬ ਭਾਈ ਬਾਲਾ ਜੀ ਨੂੰ ਦਿੱਤਾ, ਉਹਨੇ ਵੀ ਅੱਗੇ ਫਿਰ ਦੂਸਰੇ ਗੁਰੂ ਨਾਨਕ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੱਗੇ ਬੇਨਤੀ ਕਰ ਦਿੱਤੀ ਸੀ। ਮਹਾਰਾਜ ਕਹਿਣ ਲੱਗੇ, ਭਾਈ ਇਹ ਤਾਂ ਆਪਣਾ ਜਿਹੜਾ ਹਿਰਦਾ ਰੂਪੀ ਬਰਤਨ, ਉਹਨੂੰ ਪਹਿਲਾਂ ਹੀ ਇਹਨੇ ਨਿਰਮਲ ਸ਼ੁੱਧ ਪਵਿੱਤਰ ਕੀਤਾ ਹੋਇਆ ਸੀ। ਬਸ ਸਾਡੇ ਇੱਕ ਮਿਲਣ ਦੀ ਦੇ ਰਹਿੰਦੀ ਸੀ, ਬਾਕੀ ਹੋਰ ਸਾਧਨਾ ਸੰਪੰਨ ਹੋ ਕੇ ਇਹਨੇ ਆਪਣਾ ਜਿਹੜਾ ਆ ਮਨ ਰੂਪੀ ਹੈ, ਬੜਾ ਹੈ ਭਾਵੇਂ ਚੰਚਲ, ਇਹਦੇ ਵਿੱਚੋਂ ਮਲ ਔਰ ਬਖਸ਼ੇਵ ਦੀ ਜਿਹੜੀ ਮੈਲ ਪਹਿਲਾਂ ਹੀ ਇਹਨੇ ਕੱਢੀ ਹੋਈ ਹੈ। ਉਸ ਸਮੇਂ ਸੁਣ ਕਰਕੇ ਭਾਈ ਬਾਲਾ ਜੀ ਦਾ ਫਿਰ ਮਹਾਰਾਜ ਦੇ ਅੱਗੇ ਹੱਥ ਜੋੜਨ ਲੱਗ ਪਏ ਸਨ। ਗੁਰੂ ਬਾਬਾ ਜੀ ਉਸ ਸਮੇਂ ਸੁਣ ਕਰਕੇ ਉਹ ਜੀਆਂ ਬੇਨਤੀਆਂ ਇੱਕ ਰੱਬੀ ਰੰਗ ਦੇ ਵਿੱਚ ਮਸਤ ਹੋ ਗਏ ਸੀ। ਇਤਿਆਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠਾ ਹਿਰਦੈ ਨਾ ਪ੍ਰੇਮ ਸਮਾਏ। ਉਸ ਸਮੇਂ ਇੱਕ ਪ੍ਰੇਮ ਦਾ ਪ੍ਰਵਾਹ ਗੁਰੂ ਬਾਬਾ ਜੀ ਦੇ ਜਦੋਂ ਹਿਰਦੇ ਦੇ ਅੰਦਰ ਪੈਦਾ ਹੋ ਗਿਆ। ਸ੍ਰੀ ਨਾਨਕ ਤਨ ਭਗਤ ਧਰ। ਇਉਂ ਲੱਗਦਾ ਸੀ ਵੀ ਜਿਵੇਂ ਭਗਤੀ ਨੇ ਹੀ ਗੁਰੂ ਬਾਬਾ ਜੀ ਦਾ ਆਪਣਾ ਰੂਪ ਧਾਰਨ ਕਰ ਲਿਆ। ਜੀਵਾਂ ਦੇ ਭਲੇ ਵਾਸਤੇ ਐਸਾ ਇੱਕ ਤੇਜ ਪ੍ਰਵਾਹ ਗੁਰੂ ਬਾਬਾ ਜੀ ਦੇ ਮਨ ਦੇ ਅੰਦਰ ਪੈਦਾ ਹੋ ਗਿਆ। ਆਸਾ ਰਾਗ ਉਠਾਏ। ਉਸੇ ਵਕਤ ਸਤਿਗੁਰੂ ਜੀ ਨੇ ਆਸਾ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਸੀ। ਗਾਇਓ ਸ਼ਬਦ ਬਣਾਏ ਕੈ। ਮਸਤੀ ਦੇ ਵਿੱਚ ਆ ਕਰਕੇ ਸਤਿਗੁਰੂ ਜੀ ਦੇ ਨਾਲ ਜਦੋਂ ਵੀ ਕਿਤੇ ਕਿਸੇ ਪੀਰ ਪਕੰਬਰ ਰਿਸ਼ੀ ਮੁਨੀ ਜਾਂ ਫਿਰ ਗੋਰਖਨਾਥ ਦੇ ਚੇਲੇ ਹੋਏ, ਇਹਨਾਂ ਦੇ ਸਵਾਲਾਂ ਦਾ ਜਿਹੜਾ ਜਵਾਬ ਇਲਾਹੀ ਬਾਣੀ ਦੇ ਸ਼ਬਦਾਂ ਦੁਆਰਾ ਹੀ ਦਿਆ ਕਰਦੇ ਸੀ। ਐਸਾ ਇੱਕ ਪ੍ਰੇਮ ਦਾ ਪ੍ਰਵਾਹ ਜਦੋਂ ਮਹਾਰਾਜ ਦੇ ਅੰਦਰ ਪੈਦਾ ਹੋ ਗਿਆ। ਆਸਾ ਘਰ ਚੌਥਾ ਮਹੱਲਾ ਪਹਿਲਾ। ਆਸਾ ਘਰ ਚੌਥਾ। ਸਤਿਗੁਰੂ ਜੀ ਨੇ ਰਾਗੀਆਂ ਨੂੰ ਇਹ ਜਿਹੜਾ ਸ਼ਬਦ ਚੌਥੇ ਘਰ ਦੇ ਵਿੱਚ ਗਾਇਨ ਕਰਨ ਦੇ ਲਈ ਆਗਿਆ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਸਜਾਤੀ ਬਜਾਤੀ ਸਵੈਗਤ ਸੇ ਭੇਦ ਤ੍ਰੈ ਕਾਲ ਅਵਾਦ ਸਰੂਪ, ਜਿਸ ਨੂੰ ਗੁਰੂ ਬਾਬਾ ਜੀ ਨੇ ਇਹਨਾਂ ਵਿਸ਼ੇਸ਼ਣਾਂ ਦੁਆਰਾ ਵੀ ਕਥਨ ਕੀਤਾ ਹੋਇਆ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਜੋ ਨਿਰਗੁਣ ਵਾਹਿਗੁਰੂ ਉਹਦੇ ਪ੍ਰਤੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਬਚਨ ਆਉਂਦਾ ਹੈ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ, ਰੂਪ ਨਾ ਰੇਖਨ ਰੰਗ ਕਿਛ ਤ੍ਰਿਉਗਣ ਤੇ ਪ੍ਰਭਿੰਨ ਤਿਸੈ ਬਜਾਏ ਨਾਨਕਾ। ਜੇ ਸੋਭੈ ਸੋ ਪਰਸਾਨੂੰ ਤਾਂ ਸਦਾ ਦੇ ਲਈ ਜ਼ਰੇ ਜ਼ਰੇ ਦੇ ਵਿੱਚ ਸਦਾ ਦੇ ਲਈ ਵਿਆਪਕ ਹੈ। ਇੱਕ ਏਕਾ ਲਾਇਆ ਹੈ ਗੁਰੂ ਬਾਬਾ ਜੀ ਨੇ, ਨਾ ਕੋਈ ਇਹਦੇ ਨਾਲ ਲਾਗ ਨਾ ਮਾਤਰ ਨਾ ਕੰਨਾ,
ਭਾਵ ਉਹ ਸਦਾ ਵਾਸਤੇ ਇੱਕੋ ਹੀ ਹੈ, ਉਹਦੇ ਸਮਾਨ ਦੂਜਾ ਨਾ ਕੋਈ ਹੋਵੇ, ਨਾ ਕਿਸੇ ਨੇ ਹੋਣਾ ਵੀ ਨਹੀਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਕੈਸਾ ਆਪੇ ਆਪ ਨਿਰੰਜਨ ਸੋਏ। ਇਹੋ ਜਿਹੇ ਵਿਸ਼ੇਸ਼ਣਾ ਵਾਲੇ ਪਰਮਾਤਮਾ ਦੀ ਪ੍ਰਾਪਤੀ ਕੈਸੇ ਹੋਏਗੀ? ਉਹ ਅਹੰਕਾਰ ਜੋਗੀਆਂ ਦੇ ਮਤ ਅਨੁਸਾਰ ਉੱਪਰ ਨੂੰ ਸਵਾਸ ਲਿਜਾਣ ਵਾਲਾ ਉਹ ਅਹੰਕਾਰ, ਤਿੰਨੇ ਦੇਵਤੇ ਜਿਸ ਨੇ ਪੈਦਾ ਕੀਤੇ ਨੇ ਉਹ ਅਹੰਕਾਰ, ਬ੍ਰਹਮਾ ਉਤਪਤ ਉਹ ਅਹੰਕਾਰ, ਕੀਆ ਜਨ ਚਿਤ ਉਹ ਅਹੰਕਾਰ, ਸੈਲ ਜੁਗ ਭੈ ਚੀਟੀ ਤੈ ਕੁੰਚਰ ਸਥੂਲਾ ਸਭ ਪਰ ਕਿਰਪਾ, ਦ੍ਰਿਸ਼ਟ ਕਰ ਫੂਲਾ, ਚਾਹੇ ਕੀੜੀ ਹੈ ਚਾਹੇ ਹਾਥੀ ਹੈ, ਸਾਰਿਆਂ ਨੂੰ ਆਪ ਹੀ ਉਹ ਸਾਜਣ ਵਾਲਾ ਹੈ। ਇੱਕ ਓੰਕਾਰ ਐਸੇ ਨਿਰਗੁਣ ਪ੍ਰਭੂ ਦੀ ਪ੍ਰਾਪਤੀ ਜਗਿਆਸਿਆਂ ਨੂੰ ਕੈਸੇ ਹੋ ਸਕਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੁਆਰਾ ਹੀ ਜਿਹੜੇ ਸਾਧਕ ਉਸ ਦੀ ਪ੍ਰਾਪਤੀ ਕਰ ਸਕਦੇ ਹਨ। ਦੇਵਤਿਆਂ ਦਰਸ਼ਨ ਕਹਿ ਤਾਈ, ਉਹ ਸਮੇਂ ਮਹਾਰਾਜ ਨੇ ਬਚਨ ਕੀਤਾ ਪਾਈ, ਬਾਲਾ ਜੀ ਦੇ ਸਨਮੁਖ ਹੋ ਕੇ ਦੇਵਤਿਆਂ ਦਰਸ਼ਨ ਕਹਿ ਤਾਈ, ਵੀ ਦੇਵਤਿਆਂ ਨੇ ਵੀ ਪ੍ਰਭੂ ਦਾ ਦਰਸ਼ਨ ਕਰਨ ਪ੍ਰਾਪਤ ਦੇ ਲਈ ਕਿਹੋ ਜਿਹੇ ਦੁੱਖ, ਕਿਹੋ ਜਿਹੇ ਬੜੇ ਸਾਧਨ, ਦੇਵਤਿਆਂ ਦਰਸ਼ਨ ਕਹਿ ਤਾਈ। ਦੇਵਤਿਆਂ ਨੇ ਸੁਰਗਾਂ ਦੀ ਜਾਂ ਫਿਰ ਪਰਮਾਤਮਾ ਦਾ ਦਰਸ਼ਨ ਕਰਨ ਦੇ ਲਈ ਦੁਖ ਭੂਖ ਤੀਰਥ ਕੀਏ, ਤੀਰਥਾਂ ਦੇ ਉੱਪਰ ਰਹਿ ਕੇ ਉਹਨਾਂ ਨੇ ਵੀ ਬੜੇ ਭੁੱਖ ਦੇ ਜਿਹੜੇ ਦੁੱਖ ਸਰੀਰ ਦੇ ਉੱਪਰ ਚੱਲਣੇ ਕੀਤੇ ਸਨ। ਜੋਗੀ ਜਤੀ ਜੁਗਤ ਮਹਿ ਰਹਤੇ, ਜੋਗੀ ਜਤੀ ਜੁਗਤ ਮੈਂ ਰਹਤੇ, ਜੋਗੀ ਗੋਰਖਨਾਥ ਦਾ ਜਿਹੜਾ ਪੰਥ, ਉਹਨਾਂ ਨੇ ਵੀ ਜੁਗਤੀ ਦੇ ਵਿੱਚ ਰਹਿੰਦਿਆਂ ਹੋਇਆਂ ਜੋਗੀ ਜਤੀ ਜਿਹੜੇ 6 ਜਤੀ ਭੈਰੋਂ ਹੈ, ਗੋਰਖਨਾਥ ਹੈ ਇਤਿਆਦਿ, ਜੋਗੀ ਜਤੀ ਜੁਗਤ ਮੈਂ ਰਹਤੇ, ਇਹਨਾਂ ਨੇ ਸਾਰਿਆਂ ਦੀ ਜੁਗਤੀ ਦੇ ਵਿੱਚ ਰਹਿੰਦਿਆਂ ਹੋਇਆਂ ਕਰ ਕਰ ਭਗਵੇਂ ਭੇਖ ਭਏ, ਕਰ ਕਰ ਭਗਵੇਂ ਭੇਖ ਪਏ, ਪਰਮਾਤਮਾ ਦੀ ਪ੍ਰਾਪਤੀ ਕਰਨ ਦੇ ਲਈ ਆਪਣੇ ਸਰੀਰਾਂ ਦੇ ਉੱਪਰ ਗੈਰੂ, ਜਿਨ੍ਹਾਂ ਨੂੰ ਭਗਵੇਂ ਵੀ ਆਪਾਂ ਕਹਿ ਦਿੰਦੇ ਹਾਂ, ਜੋਗੀ ਜਤੀ ਜੁਗਤ ਮੈਂ ਰਹਤੇ, ਜੁਗਤ ਪ੍ਰਭੂ ਦੇ ਨਾਲ ਜੋੜਨ ਦੇ ਲਈ ਇਹਨਾਂ ਨੇ ਵੀ ਭਗਵੇਂ ਵਸਤਰ ਆਪਣੇ ਸਰੀਰ ਦੇ ਉੱਪਰ ਧਾਰਨ ਕੀਤੇ ਸਨ। ਤਉ ਕਾਰਨ ਸਾਹਿਬਾ ਰੰਗ ਰਤੇ, ਕਾਹਦੇ ਲਈ? ਤਉ ਕਾਰਨ ਸਾਹਿਬਾ ਰੰਗ ਰਤੇ, ਵੀ ਤੇਰੀ ਪ੍ਰਾਪਤੀ ਕਰਕੇ ਇਹੋ ਜਿਹੇ ਜਿਹੜਾ ਨਾਮ ਦਾ ਰੰਗ, ਉਹਦਾ ਰਸ ਪ੍ਰਾਪਤ ਕਰਨ ਦੇ ਲਈ ਇਹ ਵੀ ਪਹਿਲਾਂ ਤੋਂ ਹੀ ਸਾਧਨ ਕਰਦੇ ਆਏ ਨੇ ਦੁਨੀਆ ਦੇ ਵਿੱਚ। ਤਉ ਕਾਰਨ ਸਾਹਿਬਾ ਰੰਗ ਰਤੇ, ਤੇਰਾ ਦਰਸ਼ਨ ਕਰਨ ਦੇ ਲਈ ਇਹਨਾਂ ਦੇ ਵਿੱਚ ਵੀ ਐਸਾ ਇੱਕ ਪ੍ਰੇਮ ਪੈਦਾ ਹੋ ਗਿਆ ਹੈ। ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਤੇਰੇ ਨਾਮ ਅਨੇਕਾਂ, ਵਾਹਿਗੁਰੂ ਦੇ ਨਾਮ ਉਹ ਆਪ ਵੀ ਬਿਆਨਤਾ, ਨਾ ਵੀ ਉਹਦੇ ਬਿਆਨਤ ਨੇ ਕੋਈ ਅੰਤ ਨਹੀਂ ਪਾ ਸਕਿਆ। ਤੇ ਦੁਬਾਰਾ ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਰੂਪ ਅਨੰਤਾ, ਕਿਤਨੇ ਆ ਰੂਪ ਪਰਮਾਤਮਾ ਨੇ ਹੀ ਜੀਵਾਂ ਦੇ ਧਾਰਨ ਕੀਤੇ ਹੋਏ ਹਨ। ਕਹਿਣ ਨਾ ਜਾਹੀ ਤੇਰੇ ਗੁਣ ਕੇਤੇ ਰਹਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ, ਵੀ ਤੇਰੇ ਸ਼ੁਭ ਗੁਣ, ਤੇਰੇ ਪਰਉਪਕਾਰ, ਉਹਨਾਂ ਦੀ ਗਿਣਤੀ, ਉਹਨਾਂ ਨੂੰ ਕੋਈ ਆਪਣੀ ਆਪ ਮਾੜੀ ਜੀ ਜਿਹੜੀ ਹੈਗੀ ਚਮੜੇ ਦੀ ਜ਼ਬਾਨ, ਇਹਦੇ ਨਾਲ ਕੈਸੇ ਉਚਾਰਨ ਕਰ ਸਕਦਾ ਹੈ? ਦਰ ਘਰ ਮਹਿਲਾ, ਦਰ ਘਰ ਮਹਿਲਾ, ਜਿਨ੍ਹਾਂ ਨੇ ਆਪਣੇ ਘਰਾਂ ਦੇ ਵੱਡੇ ਵੱਡੇ ਦਰਵਾਜ਼ੇ ਖੁੱਲ੍ਹੇ ਡੁੱਲੇ ਰਹਿਣ ਦੇ ਲਈ ਮਕਾਨ
ਤਿਆਰ ਕੀਤੇ ਹੋਏ ਸੀ। ਹਸਤੀ ਘੋੜੇ ਦਰ ਘਰ ਮਹਿਲਾ ਤੋਂ ਭਾਵ ਉਹਨਾਂ ਦੀ ਸੇਵਾ ਕਰਨ ਦੇ ਲਈ ਇਹੋ ਜਿਹੀਆਂ ਜੋ ਅਬਲਾਵਾਂ ਪਾਸ ਰਹਿੰਦੀਆਂ ਦਰ ਘਰ ਮਹਿਲਾ ਔਰ ਸੁੱਖਾਂ ਨੂੰ ਮਾਣਨ ਵਾਸਤੇ ਪਰਮਾਤਮਾ ਨੇ ਵੱਡੀਆਂ ਵੱਡੀਆਂ ਮਹਿਲ ਮਾੜੀਆਂ ਉੱਥੇ ਸਵਾਰੀ ਕਰਨ ਦੇ ਲਈ ਤਵੇਲਿਆਂ 'ਚ ਬੜੇ ਘੋੜੇ ਹਾਥੀ ਵੀ ਜਿਨ੍ਹਾਂ ਨੇ ਰੱਖੇ ਹੋਏ ਸਨ। ਛੋੜ ਵਿਲਾਇਤ ਦੇਸ਼ ਗਏ। ਪਰ ਜਦੋਂ ਉਹਨਾਂ ਦੇ ਅੰਦਰ ਐਸਾ ਵੈਰਾਗ ਪੈਦਾ ਹੋ ਗਿਆ, ਇਹ ਸਾਰੇ ਪਦਾਰਥਾਂ ਦਾ ਕਰਕੇ ਤਿਆਗ, ਛੋੜ ਵਿਲਾਇਤ ਦੇਸ਼ ਕੇ ਪ੍ਰਿਥਵੀ ਦਾ ਜਿਹੜਾ ਮੰਡਲ ਉਹਨੂੰ ਛੱਡ ਕੇ ਆਪਣਾ ਵਾਸਾ ਰੋਈਆਂ ਬਿਆਵਾਨਾਂ ਦੇ ਵਿੱਚ ਕਰ ਲਏ ਹੈ। ਪੀਰ ਪਿਕੰਬਰ ਸਾਲਿਕ ਸਾਧਕ। ਪੀਰ ਇਸਲਾਮਾਤ ਦੇ ਵਿੱਚ ਜਿਹੜੇ ਨੇ ਕਰਾਮਾਤ ਸ਼ਕਤੀ ਨੂੰ ਧਾਰਨ ਕਰਨ ਵਾਲਿਆ ਦਸਤਗੀਰ ਹੋਇਆ। ਅਬਲੀ ਕੰਧਾਰੀ ਦਾ ਪ੍ਰਸੰਗ ਹੁਣੇ ਹੀ 2 ਦਿਨ ਪਹਿਲਾਂ ਆਇਆ। ਕਿਤਨਾ ਬਲ ਜ਼ੋਰ ਉਹਦੇ ਅੰਦਰ ਆਪਣਾ ਕਰਾਮਾਤ ਸ਼ਕਤੀ ਦਾ ਭਰਿਆ ਹੋਇਆ ਸੀ ਨਾ। ਗੁਰੂ ਬਾਬਾ ਜੀ ਨੂੰ ਮਾਰਨ ਵਾਸਤੇ ਹਜ਼ਾਰਾਂ ਮਨ ਦੀ ਕਿਤਨੀ ਵੱਡੀ ਸਿਲਾ ਪਹਾੜ ਤੋਂ ਹੀ ਰੋੜ ਦਿੱਤੀ। ਆਮ ਮਨੁੱਖ ਦਾ ਇੱਕ ਛੋਟਾ ਜਿਹਾ ਟੁਕੜਾ ਉਹਨੂੰ ਵੀ ਥੋੜ੍ਹੀ ਦੂਰ ਨਹੀਂ ਪਹੁੰਚਾ ਸਕਦਾ। ਪਰ ਜਿਹੜੇ ਨੇ ਐਸੇ ਪੀਰ ਕਰਾਮਾਤ ਸ਼ਕਤੀਆਂ ਪੈਗੰਬਰ ਜਿਹੜੇ ਤੁਰ ਦਰਗਾਹੋਂ ਖੁਦਾ ਦਾ ਪੈਗੰਬਰ ਹੁਕਮ ਲਿਆਉਣ ਵਾਲੇ ਹਨ। ਛੋਡੀ ਦੁਨੀਆ ਥਾਏ ਪਏ। ਪੀਰ ਪਿਕੰਬਰ ਸਾਲਕ ਸਾਧਕ। ਪੀਰ ਪੈਗੰਬਰ ਸਾਲਕ ਪੂਜਨੀਕ ਜਿਹੜੇ ਰਹਿਬਰ ਪੀਰ ਪੈਗੰਬਰ ਸਾਲਕ ਸਾਧਕ ਵੀ ਜਿਨ੍ਹਾਂ ਨੇ ਐਸਾ ਯਕੀਨ ਭਰੋਸਾ ਮਨ ਦੇ ਵਿੱਚ ਧਾਰਨ ਕਰਦਿਆਂ ਹੋਇਆਂ। ਛੋਡੀ ਦੁਨੀਆ ਥਾਏ ਪਏ। ਛੋਟੀ ਦੁਨੀਆ ਥਾਏ ਪਏ। ਦੀਨ ਦੁਨੀਆ ਦਾ ਕਰਕੇ ਤਿਆਗ, ਉਹ ਫਿਰ ਖੁਦਾ ਦੇ ਦਰਬਾਰ ਦੇ ਵਿੱਚ ਕਬੂਲ ਹੋ ਗਏ ਸਨ। ਸਾਧ ਸਹਿਜ ਸੁਖ ਰਸ ਕਸ ਤਜੀਅਲੇ। ਸਾਧ ਸਹਿਜ ਸੁਖ ਦੀ ਪ੍ਰਾਪਤੀ ਕਰਨ ਦੇ ਲਈ ਉਹਨਾਂ ਨੇ ਸਾਧ ਸਹਿਜ ਰਸ ਕਸ ਤਜੀ ਵਾਲੇ ਆ ਕਸ ਕਹਿੰਦੇ ਨੇ ਜਿਵੇਂ ਕਸੀਸ ਕੇ ਪੀੜ ਕੇ ਤਿਆਰ ਕੀਤੇ ਹੋਏ ਪਦਾਰਥ ਸ਼ਰਾਬ ਹੋਈ ਜਾਂ ਜੂਸ ਵਗੈਰਾ ਪੀੜ ਕੇ ਕੱਢਿਆ ਜਾਂਦਾ। ਸਾਧ ਸਹਿਜ ਸੁਤੇ ਸਿੱਧ ਸੁੱਖਾਂ ਨੂੰ ਮਾਨਣ ਵਾਲੇ ਉਹਨਾਂ ਨੇ ਖਾਣ ਪੀਣ ਦੇ ਜਿਹੜੇ ਪਦਾਰਥ ਉਹਨਾਂ ਦਾ ਵੀ ਤਿਆਗ ਕਰ ਦਿੱਤਾ। ਕਾਪੜ ਛੋਡੇ ਚਮੜ ਲੀਏ। ਕਾਪੜ ਛੋਡੇ ਚਮੜ ਲੀਏ। ਹੁਣ ਜਿਵੇਂ ਰਾਜੇ ਮਹਾਰਾਜੇ ਪਹਿਨਿਆ ਕਰਦੇ ਨੇ ਬੜੀਆਂ ਮਹਿੰਗੀਆਂ ਸੋਹਣੀਆਂ ਪੁਸ਼ਾਕਾਂ, ਪਰ ਜਿਨ੍ਹਾਂ ਦੇ ਅੰਦਰ ਕੋਈ ਐਸਾ ਬੰਦਗੀ ਦਾ ਸ਼ੌਕ ਜਾਂ ਫਿਰ ਬਿਨ ਬੈਰਾਗ ਨਾ ਛੂਟ ਸਮਾਇਆ ਧਰਤੀ ਪਰ ਬੈਰਾਗ ਕਿਤੇ ਚਿੱਤ ਦੇ ਅੰਦਰ ਪਰਮਾਤਮਾ ਦੀ ਕਿਰਪਾ ਦੇ ਨਾਲ ਪੈਦਾ ਹੋਇਆ। ਉਹ ਫਿਰ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਇਆ ਤੀਤਾ। ਜਿਵੇਂ ਧਰੂ ਭਗਤ ਜਦੋਂ ਇੱਕ ਵਾਰੀ ਘਰੋਂ ਪੈਰ ਪੱਟ ਲਿਆ ਤਾਂ ਦੁਬਾਰਾ ਫਿਰ ਉਹਨੇ ਪਿੱਛੇ ਨਹੀਂ ਸੀ ਦੇਖਿਆ। ਨਾਰਦ ਮੁਨੀ ਜੀ ਨੇ ਬਥੇਰਾ ਸਮਝਾਇਆ ਵੀ ਉੱਥੇ ਤਾਂ ਸ਼ੇਰ ਬਘਿਆੜ ਔਰ ਵੱਡੇ ਖੂੰਖਾਰ ਜਾਨਵਰਾਂ ਘੁੰਮਦੇ ਹਨ, ਤੇਰੀ ਕੋਈ ਗਰਾਈ ਕਰਨੀ ਉਹਨਾਂ ਨੇ। ਪਰ ਕਹਿ ਲੱਗਿਆ ਕੁਛ ਵੀ ਹੋ ਜੇ, ਮੈਂ ਹੁਣ ਜਿਹੜਾ ਕੋਈ ਲੈਣਾ ਉਹ ਪਰਮਾਤਮਾ ਤੋਂ ਹੀ ਪ੍ਰਾਪਤ ਕਰਨਾ। ਐਸਾ ਬੈਰਾਗ ਜਿਨ੍ਹਾਂ ਦੇ ਮਨ ਦੇ ਵਿੱਚ ਕਿਤੇ ਪੈਦਾ ਹੋ ਗਿਆ ਚਮੜ ਲਈਏ, ਉਹ ਤਾਂ ਫਿਰ ਮਿਰਗਸ਼ਾਲਾ ਧਾਰਨ ਕਰਕੇ ਆਪਣਾ ਗੁਜ਼ਾਰਾ ਕਰਨ ਲੱਗ ਜਾਂਦੇ ਹਨ।
ਦੁਖੀਏ ਦਰਦਵੰਦ ਦਰ ਤੇਰੇ। ਦੁਖੀ ਹੈ ਦਰਦਵੰਦ ਦਰ ਤੇਰੇ, ਜਿਹੜੇ ਬੜੇ ਦੁਖੀ ਹੋ ਕੇ ਜਗਿਆਸੂ ਤੇਰੇ ਦਰ ਦੇ ਉੱਪਰ ਆ ਕੇ ਟਹਿ ਪਏ ਹਨ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਐਸਾ ਇੱਕ ਸੰਸਾਰੀ ਦੁੱਖਾਂ ਦਾ ਜਿਹੜਾ ਬੜਾ ਤਿਆਗ ਪੈਦਾ ਹੋ ਗਿਆ ਹੈ। ਨਾਮ ਰਤੇ ਦਰਵੇਸ਼ ਭਏ। ਨਾਮ ਰਤੇ ਦਰਵੇਸ਼ ਪਏ, ਜਿਨ੍ਹਾਂ ਨੂੰ ਐਸਾ ਨਾਮ ਦਾ ਰੰਗ ਚੜ ਗਿਆ। ਨਾਮ ਰਤੇ, ਨਾਮ ਦੇ ਵਿੱਚ ਮਸਤ ਹੋ ਕੇ ਉਹ ਫਿਰ ਅੱਲਾਹ ਤਾਲਾ ਦੇ ਦਰ ਘਰ ਦੇ ਦਰਵੇਸ਼ ਫਕੀਰ ਬਣ ਗਏ ਸਨ। ਖੱਲੜੀ ਖੱਪਰੀ ਲੱਕੜੀ ਚਮੜੀ। ਖੱਲੜੀ, ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਪਰ ਜਿਵੇਂ ਆ ਬੈਗੰਬਰ ਜਾਂ ਮਿਰਗਸ਼ਾਲਾ ਪਾ ਲਈ ਹੈ, ਸ਼ਾਹੀ ਪੁਸ਼ਾਕਾਂ ਨੂੰ ਛੱਡ ਕੇ ਖੱਲੜੇ ਖੱਪਰੀ, ਤੇ ਆਪਣੇ ਹੱਥ ਦੇ ਵਿੱਚ ਉਹਨਾਂ ਨੇ ਭਿੱਖਿਆ ਮੰਗਣ ਦੇ ਲਈ ਲੋਟਾ ਜਾਂ ਕਮੰਡਲ ਕਈ ਸਾਧੂ ਆਪਣੇ ਹੱਥ ਦੇ ਵਿੱਚ ਧਾਰਨ ਕਰ ਲੈਂਦੇ ਹਨ। ਹਰਿਦੁਆਰ ਕਈ ਐਸੇ ਮਹਾਤਮਾ, ਉਹਨਾਂ ਨੇ ਆਪ ਨਹੀਂ ਪਕਾਉਣੀ, ਨਿਜਮ ਹੀ ਉਹਨਾਂ ਨੇ ਧਾਰਨ ਕੀਤਾ, ਉਹਦੀ ਭਿੱਖਿਆ ਮੰਗ ਕੇ ਗੁਜ਼ਾਰਾ ਕਰਨਾ ਹੈ। ਜਿਤਨਾ ਕਿਸੇ ਨੇ ਪਾਤਾ ਉਹਨਾਂ ਦੀ ਤੁੰਬੀ ਜਾਂ ਆਪਣੇ ਕਮੰਡਲ ਦੇ ਵਿੱਚ ਖਲੜੀ ਖੱਪਰੀ, ਖੱਪਰੀ ਤੋਂ ਭਾਵ ਖੱਪਰ ਲੋਟਾ ਜਾਂ ਫਿਰ ਜਿਨ੍ਹਾਂ ਨੇ ਇਹੋ ਜਿਹਾ ਬਰਤਨ ਹੱਥ ਦੇ ਵਿੱਚ ਪਕੜ ਲਿਆ। ਲੱਕੜੀ ਚਮੜੀ। ਖੱਪਰੇ ਲੱਕੜੀ, ਲੱਕੜੀ ਦਾ ਜਿਹੜਾ ਬਣਾਇਆ ਹੋਇਆ ਲੋਟਾ ਚਮੜੀ ਤੋਂ ਪੁੱਛਿਆ ਕਰਦਿਆਂ ਬਾਬਾ ਫਰੀਦ ਜੀ ਦਾ ਸਮਾਨ, ਜਿਨ੍ਹਾਂ ਨੇ ਆਪਣੇ ਆ ਚਮੜੀ ਵੀ ਸੁਕਾ ਦਿੱਤੀ। ਕਬੀਰ ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬੋੜਿਆ। ਦੇਖ ਬੰਦੇ ਕੇ ਭਾਗ, ਐਸੀ ਘੋਰ ਤਪੱਸਿਆ ਕਰਨ ਦੇ ਲਈ ਮਨ ਦੇ ਵਿੱਚ ਬੜਾ ਹੱਠ ਧਾਰਨ ਕਰ ਲਿਆ। ਸਿੱਖਾ ਸੂਤ ਧੋਤੀ ਕੀਨੀ। ਖੱਲੜੀ ਖੱਪਰੀ ਲੱਕੜੀ ਚਮੜੀ। ਲੱਕੜੀ ਇੱਕ ਹੁੰਦੇ ਨੇ ਤਰਡੰਡੀਏ, ਕਈਆਂ ਨੇ ਤਰਡੰਦੀਆਂ ਦਾ ਜਿਹੜਾ ਪੰਥ ਧਾਰਨ ਕਰ ਲਿਆ। ਸਿੱਖਾ ਸੂਤ ਧੋਤੀ ਕੀਨੀ। ਸਿੱਖਾ ਸੂਤ ਧੋਤੀ ਕੀਨੀ, ਲੱਕ ਦੇ ਨਾਲ ਬੰਨ ਲਈ ਧੋਤੀ। ਸਿੱਖਾ ਕਈ ਆ ਸਨਾਤਨ ਮਤ ਨੂੰ ਧਾਰਨ ਕਰਨ ਵਾਲੇ ਵੱਡੀਆਂ ਵੱਡੀਆਂ ਬੋਧੀਆਂ ਵੀ ਲੱਖ ਰਹਿੰਦੇ ਨੇ ਸਿਰ ਦੇ ਉੱਪਰ। ਸਿੱਖਾ ਸੂਤ, ਗਲ ਦੇ ਵਿੱਚ ਜਨੇਊ ਵੀ ਧਾਰਨ ਕਰ ਲਿਆ। ਤੂੰ ਸਾਹਿਬ ਹੋ ਸਾਂਗੀ ਤੇਰਾ। ਤੂੰ ਸਾਹਿਬ ਹੋ ਸਾਂਗੀ ਤੇਰਾ। ਐ ਮੇਰੇ ਮਾਲਕ, ਐ ਮੇਰੇ ਵਾਹਿਗੁਰੂ, ਅਸੀਂ ਤਾਂ ਬਸ ਇੱਕ ਭਗਤੀ ਰੂਪੀ ਸਵਾਂਗੀ ਧਾਰਨ ਕੀਤਾ ਹੋਇਆ ਹੈ। ਪ੍ਰਣਵੈ ਨਾਨਕ ਜਾਤ ਕੈਸੀ। ਪ੍ਰਣਵੈ ਨਾਨਕ ਜਾਤ ਕੈਸੀ, ਵੀ ਉਹਨਾਂ ਦੀ ਕਿਹੜੀ ਜਾਤ ਕਿਹੜਾ ਵਰਨ ਕਿਹਾ ਜਾ ਸਕਦਾ ਵੀ ਫਲਾਣੀ ਜਾਤੀ ਦੇ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ। ਕਹਿ ਪਟ ਪਾਂਡਾ, ਕਹਿ ਨਾ ਕੋਈ ਐਸਾ ਭਗਤ ਵਰਨਮੈ ਹੋਏ। ਰੱਬ ਦੇ ਪਿਆਰਿਆਂ ਦੀ ਵੈਸੇ ਨਾ ਕੋਈ ਜਾਤ, ਨਾ ਕੋਈ ਪਾਤ, ਨਾ ਕੋਈ ਉਹਨਾਂ ਦਾ ਮਜ਼ਹਬ, ਨਾ ਧਰਮ ਦੇ ਨਾਲ ਬਾਕੀ ਲੈਣਾ ਦੇਣਾ ਨਹੀਂ ਰਹਿ ਜਾਂਦਾ। ਜਦੋਂ ਕਮਾਈਆਂ ਵਾਲੇ ਮਹਾਂਪੁਰਖ ਕਿਤੇ ਪ੍ਰਗਟ ਹੋ ਜਾਣ, ਕੋਈ ਨਹੀਂ ਆ ਕੇ ਪੁੱਛਦਾ ਮਹਾਂਪੁਰਖੋ ਤੁਸੀਂ ਕਿਹੜੀ ਜਾਤ ਦੇ ਵਿੱਚ ਪੈਦਾ ਹੋਏ ਹੋ, ਕਿਹੜਾ ਆਪਣਾ ਧਰਮ ਧਾਰਨ ਕੀਤਾ ਹੋਇਆ। ਪਵਿੱਤਰ ਰਵਿਦਾਸ ਜੀ ਜੈਸਿਆਂ ਦੇ ਪਾਸ ਕਿਵੇਂ ਚਿਤੌੜਗੜ੍ਹ ਤੋਂ ਰਾਣੀ ਝਾਲਾਂ ਵੀ ਦਰਸ਼ਨ ਕਰਨ ਵਾਸਤੇ ਆ ਗਈ ਸੀ। ਜਾਤ ਕੈਸੀ, ਉਹਨਾਂ ਦੀ ਕੋਈ ਵੀ ਜਾਤ ਕੋਈ ਪਾਤ ਜਿਹੜਾ ਵਰਨ ਦੇ ਨਾਲ ਬਾਕੀ ਲੈਣਾ ਦੇਣਾ ਸਾਰੀ ਹੀ ਖਤਮ ਹੋ ਜਾਂਦਾ ਹੈ। ਚੌਪਈ ਜਬ ਜਿਹ ਸ੍ਰੀ ਗੁਰ ਸ਼ਬਦ ਬਖਾਨਾ। ਜਦੋਂ ਗੁਰੂ ਬਾਬਾ ਜੀ ਨੇ ਇੱਕ ਐਸੇ ਰੱਬੀ ਰੰਗ ਦੇ ਵਿੱਚ ਆ ਕੇ ਇਹ ਸ਼ਬਦ ਆਪਣੀ ਰਸਨਾ ਤੋਂ
ਉਚਾਰਨ ਕੀਤਾ ਹੈ। ਤੁਸ਼ਨ ਹੋਏ ਭਇਓ ਮਰਦਾਨਾ। ਸੁਣ ਕਰਕੇ ਭਾਈ ਮਰਦਾਨਾ ਜੀ ਵੀ ਉਸ ਸਮੇਂ ਆਪਣੀ ਮਸਤੀ ਦੇ ਵਿੱਚ ਝੁੰਮਦੇ ਆ ਖਾਮੋਸ਼ ਹੋ ਗਏ। ਨਿਕਸ ਉਜਾਰ ਵਹਿਰ ਜਬ ਗਏ। ਜਦੋਂ ਗੁਰੂ ਬਾਬਾ ਜੀ ਨੇ ਉਸੇ ਤਰ੍ਹਾਂ ਰੋਈਆਂ ਬੀਆਬਾਨਾ ਖਾਣੇ ਜੰਗਲਾਂ ਦੇ ਵਿੱਚੋਂ ਜਾਂਦੇ ਹੋਏ ਇੱਕ ਨਗਰ ਦੇ ਨੇੜੇ ਪਹੁੰਚ ਗਏ। ਗ੍ਰਾਮ ਏਕ ਤਬ ਦੇਖਤ ਭਏ। ਸਾਹਮਣੇ ਇੱਕ ਬਹੁਤ ਵੱਡਾ ਠੱਗਾਂ ਦਾ ਜਿਹੜਾ ਨਗਰ ਗੁਰੂ ਬਾਬਾ ਜੀ ਨੇ ਜਦੋਂ ਦੇਖਿਆ ਹੈ। ਸਭ ਬੰਚਕ ਕੇ ਘਰ ਤਿਹ ਮਾਹੀ। ਹੁਣ ਇਸ ਨਗਰ ਦੇ ਵਿੱਚ ਸਾਰੀ ਲੋਕ ਠੱਗ ਔਰ ਜੋ ਵੀ ਅਵਲਾ ਉਹ ਵੀ ਉਹਨਾਂ ਨੇ ਆਪਣਾ ਠਗਣੀਆਂ ਦਾ ਮਾਨੋ ਰੂਪ ਧਾਰਨ ਕੀਤਾ ਹੋਇਆ। ਸਾਰੇ ਬਸ A to Z ਜਿਵੇਂ ਕਹਿ ਦਿੰਦੇ ਨੇ, ਸਾਰਾ ਇਹ ਪਿੰਡ ਆਪਣਾ ਠੱਗਾਂ ਦਾ ਹੀ ਬਣਿਆ ਹੋਇਆ ਹੈ। ਮਰ ਹੈ ਨਰ ਧਨ ਲੇਵਹਿ ਤਾਹੀ। ਜਿਨ੍ਹਾਂ ਦਾ ਹੁਣ ਇਹ ਕੰਮ ਹੀ ਕਈ ਪੁਸਤਾਂ ਤੋਂ ਚੱਲਿਆ ਹੁੰਦਾ ਸੀ ਵੀ ਗੱਲ ਬਾਅਦ ਦੇ ਵਿੱਚ ਕਰਨੀ ਹੈ, ਪਹਿਲਾਂ ਜਿਹੜਾ ਵੀ ਇਹਨਾਂ ਦੇ ਕਾਬੂ ਆ ਗਿਆ ਨਾਲ ਦੀ ਨਾਲ ਖਤਮ ਕਰ ਦਿੰਦੇ। ਤਿਨ ਕੋ ਸਮਤ ਦੇਨ ਕੇ ਹਿਤਾ। ਉਹਨਾਂ ਠੱਗਾਂ ਤੇ ਠੱਗਣੀਆਂ ਨੂੰ ਐਸੀ ਸ੍ਰੇਸ਼ਟ ਮਤ ਦੇਣ ਦੇ ਲਈ ਗੁਰੂ ਬਾਬਾ ਜੀ ਭਾਈ ਬਾਲਾ ਮਰਦਾਨਾ ਦੇ ਸਮੇਤ ਇਹਨਾਂ ਦੇ ਨੇੜੇ ਪਹੁੰਚ ਗਏ। ਪ੍ਰਵਿਸ਼ੇ ਗ੍ਰਾਮ ਹੈ ਕਿਰਪਾ ਨਿਕੇਤਾ। ਕਿਰਪਾ ਦੇ ਕਰ ਗੁਰੂ ਬਾਬਾ ਜੀ ਉਸ ਸਮੇਂ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਤੂੰ ਮਨ ਦੇ ਵਿੱਚ ਯਾਦ ਕਰਦਾ ਰਹਿਣਾ ਵੀ ਆਪਾਂ ਕਦੇ ਪਿੰਡ ਕਿਸੇ ਸ਼ਹਿਰ ਦੇ ਵਿੱਚ ਤਾਂ ਪ੍ਰਵੇਸ਼ ਕਰਦੇ ਨਹੀਂ ਸੱਚੇ ਪਾਤਸ਼ਾਹ, ਬਸ ਹਰ ਵਕਤ ਆ ਮੈਨੂੰ ਰੋਈਆਂ ਬੀਆਬਾਨਾ ਜੀ ਸਦਾ ਵਾਸਤੇ ਘੁਮਾਉਂਦੇ ਰਹਿੰਦੇ ਹੋ। ਦੇਖ ਲੈ ਇਹ ਜਿਹੜਾ ਇੱਕ ਸਾਰਾ ਪਿੰਡ ਠੱਗਾਂ ਦਾ ਹੀ ਹੈ। ਜਗਤੇਸ਼ਵਰ ਇੱਕ ਖੇਲ ਮਚਾਵਾ। ਗੁਰੂ ਬਾਬਾ ਜੀ ਨੇ ਇੱਕ ਐਸੀ ਜਿਹੜੀ ਉਸ ਸਮੇਂ ਆਪਣੀ ਲੀਲਾ ਵਰਤਾਈ ਹੈ। ਬੰਚਕ ਕੁਮਤ ਹਰਨ ਹਿਤ ਠਾਵਾ। ਕਾਹਦੇ ਲਈ? ਇਹਨਾਂ ਸਾਰੇ ਠੱਗਾਂ ਨੂੰ ਸ਼ੁਭ ਮਾਰਗ ਦੇ ਵਿੱਚ ਪਾਉਣ ਦੇ ਲਈ ਐਸਾ ਇੱਕ ਮਹਾਰਾਜ ਨੇ ਕੌਤਕ ਵਰਤਾਇਆ। ਖੋੜਸ ਬਰਸ ਬੈਸ ਮੈਂ ਕਰਦੀ। ਹੁਣ ਭਾਈ ਬਾਲਾ ਜੀ ਦੀ ਜਿਹੜੀ ਉਮਰ ਉਸ ਸਮੇਂ ਮਹਾਰਾਜ ਨੇ 16 ਸਾਲ ਦੇ ਸਮਾਨ ਬਣਾਤੀ। ਬਹੁਤ ਸੁੰਦਰ ਭੂਖਨ ਪਟ ਜਰਦੀ। ਉਹਨਾਂ ਨੂੰ ਇੱਕ ਦਿਖਾਉਣ ਮਾਤਰ ਪੜੇ ਗਹਿਣੇ ਸੋਨੇ ਚਾਂਦੀ ਦੇ ਉੱਪਰ ਹੀ ਆਪਣੀ ਮਾਇਆ ਦੇ ਦੁਆਰ ਨਾਲ ਮਹਾਰਾਜ ਨੇ ਪੈਦਾ ਕਰ ਦਿੱਤਾ। ਦੋਹਰਾ ਜਾਂ ਬੂਨਦ ਕਟ ਨਿਜ ਸੋ ਕਰ। ਇਸੇ ਤਰ੍ਹਾਂ ਵੀ ਹੱਥਾਂ ਦੇ ਵਿੱਚ ਸੋਨੇ ਚਾਂਦੀ ਦੇ ਵੱਡੇ ਵੱਡੇ ਗਹਿਣੇ ਜਿਵੇਂ ਪਾਏ ਹੁੰਦੇ ਹਨ, ਐਸਾ ਰੂਪ ਮਹਾਰਾਜ ਨੇ ਬਣਾ ਦਿੱਤਾ ਹੈ। ਪੋਸ਼ਿਸ਼ ਸੇਤ ਬਣਾਏ। ਸਰੀਰ ਦੇ ਉੱਪਰ ਰਾਜੇ ਮਹਾਰਾਜਿਆਂ ਦੀਆਂ ਪੁਸ਼ਾਕਾਂ ਨੂੰ ਮੌਤ ਪਾਉਣ ਵਾਲੀ ਚਿੱਟੇ ਰੰਗ ਦੀ ਪੁਸ਼ਾਕ ਧਾਰਨ ਕਰ ਲਈ ਹੈ। ਮਰਦਾਨਾ ਨਿਜ ਡੂਮ ਹੈ। ਭਾਈ ਮਰਦਾਨਾ ਜੀ ਸਮਝ ਲਓ ਵੀ ਇੱਕ ਜਿਵੇਂ ਡੋਮ ਮਰਾਸੀ ਵੱਡੇ ਵੱਡੇ ਅਮੀਰ ਘਰਾਣਿਆਂ ਦੇ ਨਾਲ ਵਿਆਹ ਸ਼ਾਦੀਆਂ ਦੇ ਵਿੱਚ ਤਕਰੀਬਨ ਇਹ ਪਹਿਲਾਂ ਤੋਂ ਜਾਇਆ ਹੀ ਕਰਦੇ ਸੀ। ਜਨ ਮੁਕਲਾਵਨ ਜਾਏ। ਐਸਾ ਇੱਕ ਅਚਰਜ ਖੇਲ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਭਰਮਾਉਣ ਦੇ ਲਈ ਰਚ ਲਿਆ ਵੀ ਜਿਵੇਂ ਕਿਤੇ ਕੋਈ ਐਸਾ ਮੁਕਲਾਵਾ ਲੈਣ ਵਾਸਤੇ ਜਾ ਰਹੇ ਹਨ। ਚੌਪਈ ਸੋ ਬੰਚਕ ਕੇ ਸਦਨ ਮਝਾਰੀ। ਇੱਕ ਇਹੋ ਜਿਹੇ ਬਹੁਤ ਵੱਡੇ ਠੱਗ ਦੇ ਘਰ ਦੇ ਵਿੱਚ ਮਹਾਰਾਜ ਨੇ ਜਾ ਕੇ ਆਪਣਾ ਡੇਰਾ ਲਗਾਤਾ। ਬੈਠੇ ਜਾਏ ਮਹਾ ਅਗਹਾਰੀ। ਅਗਹਾਰੀ ਵੱਡੇ ਵੱਡੇ ਪਾਪਾਂ ਦੇ ਨਾਸ ਕਰਤਾ ਗੁਰੂ ਬਾਬਾ ਜੀ ਇੱਕ ਇਹੋ ਜਿਹੇ ਬਹੁਤ ਵੱਡੇ ਠੱਗ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਗਏ। ਇੱਕ ਬੰਚਕ ਬਹੁ ਉਰ ਹਰਖਾਨਾ। ਇਹ ਦੇ ਕਰਕੇ ਉਹ ਜਿਹੜਾ ਠੱਗ ਮਨ ਦੇ ਵਿੱਚ ਬੜਾ ਖੁਸ਼ ਹੋ ਗਿਆ ਵੀ ਬੜੇ ਅਮੀਰ ਤਨਾੜ ਮੇਰੇ ਘਰ ਦੇ ਵਿੱਚ ਆਪਣੇ ਆਪ ਹੀ ਚੱਲ ਕੇ ਆ ਗਏ। ਇਉਂ ਲੱਗਦਾ ਵੀ ਇਹਨਾਂ ਦੇ ਪਾਸ ਕੋਈ ਗੁੱਜਾ ਤਨ ਆਪਣੇ ਪਾਸ ਲੁਕਾਇਆ ਹੋਊਗਾ। ਇਹ ਹੁਣ ਚਿਹਰੇ ਦੀ ਰੌਣਕ ਦੇ ਕਰਕੇ ਹੀ ਪਹਿਚਾਣ
ਕਰ ਲੈਂਦੇ ਨੇ ਵੀ ਉੱਪਰੋਂ ਤਾਂ ਕੋਈ ਜ਼ਿਆਦਾ ਵੱਡਾ ਲਿਬਾਸ ਦੀਦਾ ਨਹੀਂ, ਪਰ ਇਉਂ ਲੱਗਦਾ ਹੈ ਜਿਵੇਂ ਇਹਨਾਂ ਨੇ ਬੜੇ ਗੁੱਝੇ ਹੀਰੇ ਜਵਾਹਰ ਆਪਣੇ ਪਾਸ ਲੁਕਾਏ ਹੋਏ ਹਨ। ਦੇਖਣ ਸਾਰੀ ਮਨ ਦੇ ਵਿੱਚ ਅੰਦਾਜ਼ਾ ਲਗਾਉਣ ਲੱਗ ਪਏ ਹੈ। ਨੀਕੀ ਰੀਤ ਕੀਨ ਸਨਮਾਨਾ। ਹੁਣ ਇਸ ਠੱਗ ਨੇ ਗੁਰੂ ਬਾਬਾ ਜੀ ਦਾ ਬੜਾ ਆਪਣੇ ਵੱਲੋਂ ਮਾਣ ਸਤਿਕਾਰ ਕੀਤਾ, ਵੀ ਜਿਵੇਂ ਬਹੁਤ ਹੀ ਇੱਕ ਕੋਈ ਗੁਰਮੁਖ ਪਿਆਰਾ ਹੁੰਦਾ ਹੈ। ਆਵੋ ਜੀ ਕਰੀਏ ਘਰ ਡੇਰਾ। ਦੋਵੇਂ ਹੱਥ ਜੋੜ ਕੇ ਕਹਿਣ ਲੱਗਿਆ, ਮਹਾਂਪੁਰਖੋ ਆ ਜਾਓ ਮੇਰੇ ਘਰ ਦੇ ਵਿੱਚ, ਮੈਂ ਤੁਹਾਡੀ ਆਪਣੇ ਵੱਲੋਂ ਬੜੀ ਸੇਵਾ ਕਰਨੀ ਹੈ। ਆਛੀ ਵਿਦ ਸ਼ਰਮ ਹਰੋਂ ਸੋ ਤੇਰਾ। ਰਾਤ ਦੇ ਟਾਈਮ ਤੇ ਮੁੱਠੀ ਚਾਪੀ ਕਰਦੇ ਹੋਇਆ ਸਾਰੀ ਤੁਹਾਡੀ ਆ ਜਿਹੜੀ ਰਾਸਤੇ ਦੀ ਥਕਾਵਟ ਵੀ ਲਾ ਦੇਵਾਂਗਾ। ਜੋ ਕਛ ਕਹੋ ਸੋ ਸੇਵਾ ਕਰਹੂੰ। ਬਸ ਖਾਣ ਪੀਣ ਦੇ ਲਈ ਜੋ ਵੀ ਹੁਕਮ ਕਰੋਗੇ ਉਸੇ ਵਕਤ ਨਾ ਮੈਂ ਆਪ ਦੇ ਪਾਸ ਹਾਜ਼ਰ ਕਰ ਦੇਣਾ। ਪਾਉ ਚਾਪ ਸ਼ਰਮ ਮਗ ਕਾ ਹਰਹੂੰ। ਜਦੋਂ ਪਵੋਗੇ ਬੜੇ ਸੋਹਣੇ ਪਲੰਗਾਂ ਦੇ ਉੱਪਰ ਤੁਹਾਡੇ ਚਰਨਾਂ ਦੀ ਮੁੱਠੀ ਚਾਪੀ ਕਰਦਿਆਂ ਸਾਰੀ ਥਕਾਵਟ ਰਸਤੇ ਦੀ ਲਾ ਦੇਣੀ ਹੈ। ਸਵਈਆ ਤਾਂ ਕੇ ਨਿਕੇਤ ਰਹੇ ਪ੍ਰਭ ਜੀ। ਹੁਣ ਗੁਰੂ ਬਾਬਾ ਜੀ ਨੇ ਜਾ ਕਰਕੇ ਇਹਦੇ ਘਰ ਦੇ ਵਿੱਚ ਆਪਣਾ ਡੇਰਾ ਲਗਾ ਦਿੱਤਾ ਹੈ। ਮਿਲ ਬੰਚਕ ਆਵਤ ਭੇ ਸਮੁਦਾਈ। ਹੋਰ ਵੀ ਪਿੰਡ ਦੇ ਵਿੱਚੋਂ ਬਹੁਤ ਸਾਰੇ ਵੱਡੇ ਵੱਡੇ ਠੱਗ ਚੱਲ ਕੇ ਇਹਦੇ ਪਾਸ ਆ ਗਏ। ਧਾਮ ਹੁਤੋ ਜਿਹ ਕੋ ਤਬ ਹੀ। ਹੁਣ ਪਤਾ ਲੱਗਿਆ ਵੀ ਇਹਦੇ ਘਰ ਦੇ ਵਿੱਚ ਕੋਈ ਇਹੋ ਜਿਹੇ ਬਹੁਤ ਵੱਡੇ ਅਮੀਰ ਤਨਾੜ ਘਰਾਣੇ ਦੇ ਚੱਲ ਕੇ ਆ ਗਏ। ਸਭ ਹੀ ਬਟ ਪਾਰ ਸੋਲੀਨ ਬੁਲਾਈ। ਹੁਣ ਇਹਨੇ ਵੀ ਆਵਾਜ਼ ਮਾਰ ਕੇ ਆਪਣੇ ਸੰਗੀ ਸਾਥੀ ਔਰ ਠੱਗਾਂ ਨੂੰ ਉੱਥੇ ਹੀ ਆਪਣੇ ਪਾਸ ਇਕੱਤਰ ਕਰ ਲਿਆ। ਜੋਤ ਲਿਲਾਰ ਵੱਡੀ ਇਹ ਕੇ। ਜੋਤ ਲਲਾਰ, ਹੁਣ ਗੁਰੂ ਬਾਬਾ ਜੀ ਦਾ ਚਿਹਰਾ ਹਮੇਸ਼ਾ ਵਾਸਤੇ ਦਗ ਦਗ ਕਰਦਾ ਰਹਿੰਦਾ ਹੈ। ਜਿਹੜਾ ਤੇਜ ਪ੍ਰਤਾਪ, ਇਹਨਾਂ ਨੂੰ ਚੱਲਣਾ ਵੀ ਬੜਾ ਔਖਾ ਹੋ ਗਿਆ। ਵੀ ਦੇਖੋ ਕਿਤਨਾ ਇਹਨਾਂ ਦਾ ਚਿਹਰਾ ਮਸਤਕ ਦਗ ਦਗ ਕਰਿਆ ਸਾਹਮਣੇ। ਇਉਂ ਲੱਗਦਾ ਵੀ ਬੜੇ ਗੁੱਝੇ ਹੀਰੇ ਲਾਲ ਜਵਾਹਰ ਇਹਨਾਂ ਨੇ ਆਪਣੇ ਛਪਾ ਕਰਕੇ ਰੱਖੇ ਹੋਣਗੇ। ਇਹੋ ਜਿਹੀਆਂ ਮਨ ਦੇ ਵਿੱਚ ਵਿਚਾਰਾਂ ਕਰਨ ਲੱਗ ਪਏ ਸਾਰੇ ਹੀ। ਧਨ ਹੈ ਬਹੁ ਪਾਸ ਚੱਲਿਓ ਕਿਹ ਥਾਈ। ਵੀ ਇਹ ਬੜੀ ਮਾਇਆ, ਬੜਾ ਧਨ ਲੈ ਕੇ ਇਉਂ ਲੱਗਦਾ ਵੀ ਕਿਸੇ ਆਪਣੇ ਰਿਸ਼ਤੇਦਾਰੀ ਜਿਨ੍ਹਾਂ ਨੇ ਜਾਣਾ ਹੋਵੇਗਾ। ਲੇਹੋ ਸਭੈ ਨਾ ਦੁਰਾਵ ਹੈ ਸੋ। ਕਹਿ ਲੱਗੇ ਵੀ ਇਉਂ ਕਰੋ ਕਿਤੇ ਇਕੱਲੇ ਹੀ ਨਾ ਇਹ ਕਬਜ਼ਾ ਕਰਕੇ ਬਹਿ ਜੇ ਮਾਇਆ ਹੀਰੇ ਜਵਾਹਰ ਦੇ ਉੱਪਰ। ਕਹਿਣ ਲੱਗੇ ਆਪਾਂ ਵੀ ਅੱਗੇ ਇਹਨੂੰ ਹਿੱਸਾ ਦਿੰਨੀ ਆ, ਇਹਦੇ ਕੋਲੋਂ ਆਪਣਾ ਹਿੱਸਾ ਜਾ ਕਰਕੇ ਜ਼ਰੂਰ ਵਡਾਉਣਾ। ਵੀ ਇਹੋ ਜਿਹਾ ਅਮੀਰ ਤਨਾੜ ਚਿਹਰੇ ਕਿਵੇਂ ਲਾਲ ਸੁਰਖ ਦਗ ਦਗ ਕਰੇ ਹਨ, ਬੜੀ ਮਾਇਆ, ਬੜੇ ਗੁਲਜੇ ਲਾਲ ਇਹਨਾਂ ਨੇ ਜ਼ਰੂਰ ਆਪਣੇ ਪਾਸ ਛਪਾ ਕਰਕੇ ਰੱਖੇ ਹੋਣਗੇ। ਕਿਤੇ ਇਕੱਲੀ ਨਾ ਕਬਜ਼ਾ ਕਰਕੇ ਬਹਿ ਜੇ। ਆਲੇ ਦੁਆਲੇ ਤੋਂ ਹੋਰ ਟੋਲ, ਜਿਹੜਾ ਠੱਗਾਂ ਦਾ ਟੋਲਾ ਇਹਦੇ ਘਰ ਦੇ ਵਿੱਚ ਆ ਗਏ ਹੈ। ਹਮ ਭੋਰ ਭਈ ਧਨ ਲੇਹ ਬਟਾਈ। ਵੀ ਜਦੋਂ ਸੂਰਜ ਚੜ੍ਹਦੇ ਨਾਲ ਇਹਨਾਂ ਨੂੰ ਖਤਮ ਕਰ ਦੇਣਾ ਹਿੱਸੇ ਬਹਿੰਦੀ। ਆਪਾਂ ਨੇ ਵੀ ਫਿਰ ਮਾਇਆ ਵਡਾਉਣੀਆਂ ਨਾ ਇਹਦੇ ਕੋਲ, ਇਸੇ ਕਰਕੇ ਆਲੇ ਦੁਆਲੇ ਤੋਂ ਹੋਰ ਵੀ ਬੜੇ ਇਕੱਠੇ ਹੋ ਗਏ। ਯੋਂ ਕਹਿ ਜਾਤ ਭਏ ਆਪਣੇ ਘਰ। ਇਹ ਤਾਂ ਹੁਣ ਸਮਝਾ ਕਰਕੇ ਵੀ ਰਾਤੋਂ ਰਾਤ ਇਹਨਾਂ ਨੂੰ ਤਾਂ ਬਸ ਖਤਮ ਕਰ ਦੇਣਾ। ਉਹ ਤਾਂ ਸਾਰੇ ਹੀ ਆਪੋ ਆਪਣੇ ਘਰਾਂ ਦੇ ਵਿੱਚ ਚਲੇ ਗਏ ਵਾਪਸ। ਇਹ ਜਿਹੜਾ ਠੱਗ ਪੁੱਛਣ ਲੱਗਿਆ, ਮਹਾਰਾਜ ਭੋਜਨ ਵੀ ਤਿਆਰ ਹੈ। ਗੁਰੂ ਬਾਬਾ ਜੀ ਨੇ ਜਵਾਬ ਦਿੱਤਾ, ਭਾਈ ਸਾਨੂੰ ਤਾਂ ਭੁੱਖ ਨਹੀਂ, ਅਸੀਂ ਭੋਜਨ ਪਾਣੀ ਨਹੀਂ ਛਕਣਾ। ਉਹ ਤੋਂ ਬਾਅਦ ਕਹਿਣ ਲੱਗੇ, ਮਹਾਰਾਜ ਜੇ ਕਹੋ ਗਰਮ ਗਰਮ ਦੁੱਧ ਹਾਜ਼ਰ ਕਰ ਦਿੰਦੇ ਹਾਂ। ਗੁਰੂ ਬਾਬਾ ਜੀ ਨੇ ਉਹ ਤੋਂ ਵੀ ਜਵਾਬ ਦੇ ਦਿੱਤਾ,
ਫਿਰ ਪੁੱਛਣ ਲੱਗੇ, ਜੇ ਇਸ਼ਨਾਨ ਵਗੈਰਾ ਕਰਨਾ ਹੈ, ਅਸੀਂ ਆਪਣਾ ਹੁਣੇ ਹੀ ਗਰਮ ਪਾਣੀ ਤੁਹਾਡੇ ਪਾਸ ਹਾਜ਼ਰ ਕਰ ਦਿੰਦੇ ਹਾਂ। ਬਾਸੁਰ ਗੁਰੂ ਬਾਬਾ ਤੇ ਜੀ ਨੇ ਸਾਰੀਆਂ ਗੱਲਾਂ ਤੋਂ ਜਦੋਂ ਜਵਾਬ ਦਿੱਤਾ, ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਤਾਂ ਲੱਗੀ ਹੋਈ ਹੈ ਬਹੁਤ ਜ਼ਿਆਦਾ ਭੁੱਖ, ਤੁਸੀਂ ਇਹਨਾਂ ਨੂੰ ਸਾਰੀਆਂ ਬਾਤਾਂ ਤੋਂ ਜਵਾਬ ਦੇਈ ਜਾਂਦੇ ਹੋ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆ ਤੈਨੂੰ ਨਹੀਂ ਪਤਾ, ਇਹ ਤਾਂ ਸਾਰਾ ਠੱਗਾਂ ਦਾ ਪਿੰਡ ਹੈ। ਜਿਹੜੀ ਵੀ ਚੀਜ਼ ਇਹਨਾਂ ਦੀ ਹਰੇਕ ਬਾਤੂ ਦੇ ਵਿੱਚ ਜ਼ਹਿਰ ਮਿਲਾਈ ਹੋਈ ਹੈ, ਪਾਣੀ ਦੇ ਵਿੱਚ ਵੀ, ਭੋਜਨ ਦੇ ਵਿੱਚ, ਦੁੱਧ ਦੇ ਵਿੱਚ ਵੀ, ਤੇਰੀ ਮਰਜ਼ੀ ਹੈ, ਖਾਣੀ ਹੈ ਖਾ ਲੈ। ਕਹਿਣ ਲੱਗਿਆ, ਮਹਾਰਾਜ ਆਪਾਂ ਨੇ ਫਿਰ ਕਾਹਨੂੰ ਕੋਈ ਇਹਨਾਂ ਦੀ ਚੀਜ਼ ਵਸਤੂ ਛਕਣੀ ਹੈ। ਗੁਰੂ ਬਾਬਾ ਜੀ ਨੇ ਜਦੋਂ ਜਵਾਬ ਦੇ ਦਿੱਤਾ, ਇਹ ਸੁਣ ਕਰਕੇ ਸਾਰੇ ਹੈਰਾਨ ਹੋ ਗਏ ਵੀ ਪਹਿਲੀ ਵਾਰੀ ਇਹੋ ਜਿਹੇ ਮੁਸਾਫਰ ਆਏ ਨੇ ਪਿੰਡ ਦੇ ਵਿੱਚ, ਜਿਹੜੇ ਕੋਈ ਵੀ ਆਪਣੀ ਚੀਜ਼ ਵਸਤੂ ਅੰਗੀਕਾਰ ਕਰਦੇ ਨਹੀਂ, ਸਾਰਿਆਂ ਤੋਂ ਜਵਾਬ ਹੀ ਦੇ ਦਿੱਤਾ ਹੈ। ਉਹਨਾਂ ਜੋ ਕਈ ਸੋਚਣ ਲੱਗੇ ਵੀ ਸ਼ਾਇਦ ਕਿਤੇ ਸਰਕਾਰ ਦੇ ਸੂਏ ਨਾ ਆ ਗਏ ਹੋਣ ਆਪਣੀ CID ਕਰਨ ਦੇ ਲਈ। ਕਹਿਣ ਲੱਗੇ, ਤਾਂ ਕੀ ਹੋ ਗਿਆ, ਜੇ ਸੂਏ ਆ ਗਏ ਆਪਾਂ ਇਹਨਾਂ ਨੂੰ ਰਾਤੋਂ ਰਾਤ ਖਤਮ ਕਰ ਦੇਣਾ। ਆਪਾਂ ਹੋਰ ਵੀ ਬਥੇਰੇ ਢੰਗ ਤਰੀਕੇ ਜਾਣਦੇ ਆ। ਗੁਰੂ ਬਾਬਾ ਜੀ ਨੇ ਇਹਨਾਂ ਦੀ ਜਿਹੜੀ ਕੋਈ ਵੀ ਜਿਹੜੀ ਬਾਤੂ ਅੰਗੀਕਾਰ ਨਹੀਂ ਕੀਤੀ ਹੈ। ਬਾਸੁਰ ਤੇ ਰਜਨੀ ਹੋਇਆਈ। ਜ਼ਿਆਦਾ ਹੁਣ ਕਾਫੀ ਰਾਤ ਬਤੀਤ ਹੋ ਗਈ। ਉਸ ਸਮੇਂ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਅਲਾਈ ਬਾਣੀ ਦਾ ਸ਼ਬਦ ਉਚਾਰਨ ਕੀਤਾ। ਸ਼ਬਦ ਉਚਾਰਨ ਕਰਨ ਦੀ ਦੇਰ ਸੀ, ਸਾਰੇ ਠੱਗ ਸੁਸਰੀ ਵਾਂਗ ਸੌਂ ਗਏ। ਕਿਸੇ ਨੂੰ ਵੀ ਕੋਈ ਆਪਣੇ ਆਪ ਦਾ ਪਤਾ ਨਹੀਂ ਲੱਗਿਆ, ਰੱਬੀ ਬਾਣੀ ਦਾ ਸ਼ਬਦ ਉਚਾਰਨ ਕੀਤਾ ਨਹੀਂ। ਸਾਰੇ ਜਿਹੜੇ ਠੱਗ ਉਸ ਸਮੇਂ ਸੁਸਰੀ ਵਾਂਗ ਸੌ ਜਾਂਦੇ ਹਨ। ਖਾਏ ਆਹਾਰ ਕੋ ਸੋਏ ਰਹੇ ਸਭ। ਇੱਕ ਦਾ ਭੋਜਨ ਪਾਣੀ ਰੱਜ ਕੇ ਖਾ ਲਿਆ, ਦੂਜੇ ਨੰਬਰ ਤੇ ਸਤਿਗੁਰੂ ਜੀ ਨੇ ਐਸਾ ਸ਼ਬਦ ਉਚਾਰਨ ਕੀਤਾ ਵੀ ਅੰਮ੍ਰਿਤ ਵੇਲਾ ਹੋ ਗਿਆ। ਇਹ ਭਾਗਾਂ ਤੋਂ ਹੀ ਨੇ ਉਸੇ ਤਰ੍ਹਾਂ ਆਪਣੀ ਘੂਕਨੇ ਦੇ ਵਿੱਚ ਸੁੱਤੇ ਪਏ ਹਨ। ਕਾਹੂ ਨ ਜਾਗਨ ਕੀ ਸੁਧ ਪਾਈ। ਕਿਸੇ ਨੂੰ ਵੀ ਕੋਈ ਜਾ ਕਰਕੇ ਆਪਣੇ ਆਪ ਦੀ ਹੋਸ਼ ਨਹੀਂ ਰਹੀ ਹੈ। ਪ੍ਰੇਰੀ ਪ੍ਰਭੂ ਕੀ ਕਰੇ ਬਸ ਨੀਂਦ ਨੇ। ਹੁਣ ਐਸਾ ਗੁਰੂ ਬਾਬਾ ਜੀ ਨੇ ਸ਼ਬਦੀ ਉਚਾਰਨ ਕੀਤਾ ਆਪਣੀ ਰਸਨਾ ਤੋਂ। ਸਾਰੀ ਆਪੋ ਆਪਣੇ ਘਰਾਂ ਦੇ ਵਿੱਚ ਬੜੀ ਕੋਕ ਨੀਂਦ ਸੌਂ ਗਏ ਸਨ। ਸੈਨ ਕਰੇ ਸਭ ਰੈਨ ਬਿਤਾਈ। ਉਸੇ ਤਰ੍ਹਾਂ ਸੁੱਤਿਆਂ ਪਿਆਂ ਨੇ ਬਿਸਤਰਿਆਂ 'ਚ ਆਪਣੀ ਸਾਰੀ ਰਾਤ ਬਤੀਤ ਕਰ ਦਿੱਤੀ ਹੈ। ਭੋਰ ਭਈ ਜਬ ਜਾਗਿਓ ਨਾ ਕੋ। ਜਦੋਂ ਪੌ ਫਟਾਲਾ ਹੋ ਗਿਆ, ਕੋਈ ਵੀ ਅਜੇ ਇਹ ਜਿਹੜਾ ਠੱਗ ਪਿੰਡ ਦੇ ਵਿੱਚੋਂ ਜਾਗਿਆ ਨਹੀਂ। ਸਾਰੇ ਆਪੋ ਆਪਣੇ ਬਿਸਤਰਿਆਂ 'ਚ ਉਸੇ ਤਰ੍ਹਾਂ ਸੁਸਰੀ ਦੇ ਸਮਾਨ ਸੁੱਤੇ ਪਏ ਹਨ। ਤਬ ਐਸੇ ਪਰੇ ਜਿਮ ਹਵੈ ਮੁਰਛਾਈ। ਜਿਵੇਂ ਕਿਸੇ ਨੂੰ ਕਈ ਦਫਾ ਕੋਈ ਮੂਰਛਤ ਆ ਜਾਏ, ਉਹਨੂੰ ਵੀ ਆਪਣੇ ਆਪ ਦਾ ਕੋਈ ਪਤਾ ਨਹੀਂ ਲੱਗਦਾ। ਕਈ ਜੇ ਕਿਤੇ ਕਿਸੇ ਦੇ ਐਸੀ ਕੋਈ ਜ਼ਬਰਦਸਤ ਸੱਟ ਵੱਜ ਆਪਾਂ ਦੇਖਦੇ ਵੀ ਤਾਂ ਬੇਹੋਸ਼ ਹੋ ਕੇ ਜੀ ਧਰਤੀ 'ਤੇ ਡਿੱਗ ਪਿਆ ਸੀ। ਬੜੇ ਜ਼ੋਰ ਦੇ ਨਾਲ ਇਹਦੇ ਸਿਰ 'ਚ ਸੱਟ ਵੱਜ ਗਈ। ਬੇਹੋਸ਼ ਹੋ ਕਰਕੇ ਇਹਨਾਂ ਨੇ ਸਾਰੀ ਰਾਤ ਉਸੇ ਤਰ੍ਹਾਂ ਬਤੀਤ ਕਰ ਦਿੱਤੀ ਹੈ। ਹੁਣ ਜਿਸ ਪ੍ਰਕਾਰ ਇਹਨਾਂ ਦੀ ਜਾਗ ਖੁੱਲ੍ਹੇਗੀ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ
ਦਰਸ਼ਨਾ ਦੁਆਰਾ ਵਡਭਾਗੇ, ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਪ੍ਰੇਰੀ ਪ੍ਰਭੂ ਕੀ ਕਰੇ ਬਸ ਨੀਂਦ ਨੇ, ਸੈਨ ਕਰੇ ਸਭ ਰੈਨ ਬਿਤਾਈ। ਭੋਰ ਭਈ ਜਬ ਜਾਗਿਓ ਨਾ ਕੋ, ਤਬ ਐਸੇ ਪਰੇ ਜਿਮ ਹਵੈ ਮੁਰਛਾਈ। हे ਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਅਗਨਾਸ हे ਪੂਰਨ ਹੈ